हेलो स्टूडेंट्स। सो जो आज का टॉपिक है साਡਾ ਉਹ ਹੈਗਾ ਇਲਾਸਟਿਸਿਟੀ ਐਂਡ ਇਲਾਸਟਿਕ ਲਿਮਿਟ। ਇਹ ਅਸੀਂ ਪਿੱਛੇ ਵੀ ਆਪਾਂ ਜੋ ਪ੍ਰੈਕਟੀਕਲਸ ਕੀਤੇ ਸੀਗੇ ਉਹਨਾਂ ਵਿੱਚ ਵੀ ਆਪਾਂ ਇਹ ਚੀਜ਼ ਪੜ੍ਹੀ ਹੋਈ ਆ। ਆਟੋਮੈਟਿਕ ਮਟੀਰੀਅਲ ਦੇ ਵਿੱਚ ਵੀ ਆਪਾਂ ਇਸ ਟੌਪਿਕ ਨੂੰ ਪੜ੍ਹਿਆ ਹੋਇਆ ਆ। ਸੋ ਇਲਾਸਟਿਸਿਟੀ ਕੀ ਹੈਗੀ ਆ ਅਤੇ ਇਲਾਸਟਿਕ ਲਿਮਿਟ ਕੀ ਹੈਗੀ ਆ। ਅਸੀਂ ਅੱਗੇ ਵੀ ਜਦੋਂ ਆਟੋਮੈਟਿਕ ਮਟੀਰੀਅਲ ਦੇ ਵਿੱਚ ਇਸ ਦੇ ਬਾਰੇ ਡਿਸਕਸ ਕੀਤਾ ਸੀਗਾ ਤਾਂ ਉਸ ਦੌਰਾਨ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਵੀ ਆਪਾਂ ਕਿਸੇ ਮਟੀਰੀਅਲ ਦਾ ਬਿਹੇਵੀਅਰ ਚੈੱਕ ਕਰਦੇ ਹਾਂ, ਠੀਕ ਹੈ ਜੀ, ਉਸ ਨੂੰ ਟੈਂਸਾਈਲ ਟੈਸਟ ਦੇ ਅੰਡਰ ਉਹਨੂੰ ਰੱਖਦੇ ਹਾਂ ਤਾਂ ਉਸ ਦੌਰਾਨ ਸਾਡੇ ਕੋਲ ਇੱਕ ਕਰਵ ਬਣਦੀ ਆ, ਸਟ੍ਰੈਸ ਸਟ੍ਰੇਨ ਕਰਵ, ਠੀਕ ਆ। ਅਤੇ ਉਸ ਦੇ ਵਿੱਚ ਆਪਾਂ ਕੀ ਓਬਜ਼ਰਵ ਕੀਤਾ ਸੀਗਾ ਕਿ ਕੁਛ ਕੁ ਮਟੀਰੀਅਲ ਇੱਦਾਂ ਦੇ ਹੁੰਦੇ ਆ ਕਿ ਜਦੋਂ ਆਪਾਂ ਉਹਨਾਂ ਦੇ ਉੱਪਰ ਕੋਈ ਐਕਸਟਰਨਲ ਫੋਰਸ ਅਪਲਾਈ ਕਰਦੇ ਹਾਂ ਅਤੇ ਉਹ ਆਫਟਰ ਅਪਲਾਈਂਗ ਦਾ ਐਕਸਟਰਨਲ ਫੋਰਸ, ਜਦੋਂ ਆਪਾਂ ਐਕਸਟਰਨਲ ਫੋਰਸ ਨੂੰ ਰਿਮੂਵ ਕਰਦੇ ਹਾਂ ਉਹ ਆਪਣੀ ਓਰੀਜਨਲ ਪੋਜੀਸ਼ਨ 'ਤੇ ਵਾਪਸ ਆ ਜਾਂਦੇ ਆ, ਠੀਕ ਹੈ ਜੀ। ਇਸ ਤਰ੍ਹਾਂ ਰਬਰ ਹੋ ਗਿਆ, ਰਬਰ ਨੂੰ ਜੇ ਮੈਂ ਉਹਨੂੰ ਟੈਂਸਾਈਲ ਫੋਰਸ ਲਗਾਉਂਦਾ ਉਹਦੇ ਉੱਪਰ ਖਿੱਚਦਾ ਹਾਂ, ਉਹਨੂੰ ਸਟਰੈਚ ਕਰਦਾ ਹਾਂ ਤਾਂ ਫਿਰ ਆਪਾਂ ਜਦੋਂ ਜਿਹੜੀ ਐਕਸਟਰਨਲ ਫੋਰਸ ਨੂੰ ਰਿਮੂਵ ਕਰਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਉਹ ਆਪਣੀ ਓਰੀਜਨਲ ਪੋਜੀਸ਼ਨ 'ਤੇ ਵਾਪਸ ਆ ਜਾਂਦੇ। ਸੋ ਇਹ ਜਿਹੜੀ ਉਸ ਮਟੀਰੀਅਲ ਦੀ ਜਿਹੜੀ ਪ੍ਰੋਪਰਟੀ ਆ ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਇਲਾਸਟਿਸਿਟੀ ਕਹਿੰਦੇ ਹਾਂ, ਠੀਕ ਹੈ ਜੀ। ਇਸੇ ਤਰ੍ਹਾਂ ਇਲਾਸਟਿਕ ਲਿਮਿਟ ਆ। ਇਲਾਸਟਿਕ ਲਿਮਿਟ ਕੀ ਚੀਜ਼ ਹੈਗੀ ਆ ਕਿ ਕੋਈ ਮਟੀਰੀਅਲ ਆ ਜਿਹਦੇ ਉੱਪਰ ਆਪਾਂ ਐਕਸਟਰਨਲ ਫੋਰਸ ਅਪਲਾਈ ਕਰਦੇ ਪਏ, ਜਿਵੇਂ ਮੈਂ ਰਬਰ ਦੀ ਗੱਲ ਹੀ ਕਰਦਾ ਪਿਆ ਹਾਂ, ਉਹਦਾ ਵੀ ਕੋਈ ਨਾ ਕੋਈ ਇੱਕ ਪੁਆਇੰਟ ਹੋਊਗਾ ਜਿਸ ਪੁਆਇੰਟ 'ਤੇ ਜਾ ਕੇ ਉਹ ਆਪਣੀ ਓਰੀਜਨਲ ਪੋਜੀਸ਼ਨ ਰੀਗੇਨ ਕਰ ਲਏਗਾ ਜਦੋਂ ਆਪਾਂ ਫੋਰਸ ਨੂੰ ਰਿਮੂਵ ਕਰਾਂਗੇ। ਬਟ ਇੱਕ ਪੁਆਇੰਟ ਇੱਦਾਂ ਦਾ ਹੋਊਗਾ ਜਿਸ ਪੁਆਇੰਟ ਤੋਂ ਬਾਅਦ ਜੇ ਆਪਾਂ ਉਹਨੂੰ ਫੋਰਸ ਅਪਲਾਈ ਕਰਦੇ ਹਾਂ, ਐਕਸਟਰਨਲ ਫੋਰਸ ਅਪਲਾਈ ਕਰਦੇ ਹਾਂ ਤਾਂ ਉਹ ਆਪਣੀ ਓਰੀਜਨਲ ਪੋਜੀਸ਼ਨ 'ਤੇ ਵਾਪਸ ਨਹੀਂ ਆਏਗਾ, ਠੀਕ ਹੈ ਜੀ। ਉਹ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜਾ ਇੱਕ ਪੁਆਇੰਟ ਆ ਜਿਸ ਪੁਆਇੰਟ ਤੋਂ ਪਹਿਲਾਂ ਉਹ ਆਪਣੀ ਓਰੀਜਨਲ ਪੋਜੀਸ਼ਨ 'ਤੇ ਵਾਪਸ ਆ ਜਾਂਦਾ ਆ ਅਤੇ ਜਿਸ ਪੁਆਇੰਟ ਤੋਂ ਬਾਅਦ ਵੀ ਜਾ ਕੇ ਆਪਣੀ ਓਰੀਜਨਲ ਪੋਜੀਸ਼ਨ 'ਤੇ ਵਾਪਸ ਨਹੀਂ ਆਉਂਦਾ, ਉਹ ਜਿਹੜਾ ਪੁਆਇੰਟ ਹੈਗਾ ਆ ਉਹ ਪੁਆਇੰਟ ਨੂੰ ਆਪਾਂ ਕਹਿੰਦੇ ਹਾਂ ਲਿਮਿਟ ਪੁਆਇੰਟ, ਇਲਾਸਟਿਕ ਲਿਮਿਟ ਪੁਆਇੰਟ, ਠੀਕ ਹੈ। ਜਿੱਥੇ ਜਾ ਕੇ ਉਹ ਆਪਣੀ ਓਰੀਜਨਲ ਪੋਜੀਸ਼ਨ ਰੀਗੇਨ ਕਰ ਲੈਂਦਾ ਆ, ਠੀਕ ਹੈ ਜੀ। ਜਦੋਂ ਉਸ ਪੁਆਇੰਟ ਨੂੰ ਕਰੋਸ ਕਰ ਜਾਂਦਾ ਆ ਤਾਂ ਉਹ ਇੱਕ ਪਲਾਸਟਿਕ ਜ਼ੋਨ ਦੇ ਵਿੱਚ ਚਲਾ ਜਾਂਦਾ ਆ, ਠੀਕ ਹੈ ਜੀ। ਪਲਾਸਟਿਕ ਜ਼ੋਨ ਕੀ ਹੁੰਦਾ ਆ ਕਿ ਜਿੱਥੇ ਆਪਣੀ ਓਰੀਜਨਲ ਪੋਜੀਸ਼ਨ 'ਤੇ ਵਾਪਸ ਨਾ ਆਵੇ ਮਟੀਰੀਅਲ, ਠੀਕ ਹੈ ਜੀ। ਸੋ ਆਹ ਜਿਹੜੀ ਸਟ੍ਰੈਸ ਸਟ੍ਰੇਨ ਕਰਵ ਆ ਇਹ ਬੇਸਿਕਲੀ ਜੋ ਇਹ ਬਣਾਈ ਗਈ ਹੈ ਸਟ੍ਰੈਸ ਸਟ੍ਰੇਨ ਕਰਵ, ਇਹ ਹੈਗੀ ਆ ਡਕਟਾਈਲ ਮਟੀਰੀਅਲ ਦੇ ਲਈ, ਠੀਕ ਹੈ ਜੀ। ਡਕਟਾਈਲ ਮਟੀਰੀਅਲ ਤੁਹਾਨੂੰ ਪਤਾ ਹੀ ਆ, ਆਪਾਂ ਆਟੋਮੈਟਿਕ ਮਟੀਰੀਅਲ 'ਚ ਪੜ੍ਹਿਆ ਸੀਗਾ। ਸੋ ਇਹ ਡਕਟਾਈਲ ਮਟੀਰੀਅਲ ਦੀ ਕਰਵ ਬਣਾਈ ਹੋਈ ਆ, ਪਰ ਇਹਦੇ ਵਿੱਚ ਵੀ ਇਹ ਸ਼ੋਅ ਕਰ ਰਿਹਾ ਆ ਕਿ ਕਿਸ ਪੁਆਇੰਟ 'ਤੇ ਜਾ ਕੇ ਸਾਨੂੰ ਇਹ ਇਲਾਸਟਿਕ ਲਿਮਿਟ ਇਹ ਸ਼ੋਅ ਕਰ ਰਿਹਾ ਹੈ ਪੁਆਇੰਟ ਬੀ ਤੱਕ ਜਾ ਕੇ ਸਾਨੂੰ ਇਹ ਇਲਾਸਟਿਕ ਲਿਮਿਟ ਦੇਗਾ, ਠੀਕ ਹੈ ਜੀ। ਸੋ ਸਟ੍ਰੈਸ ਸਟ੍ਰੇਨ ਕਰਵ, ਠੀਕ ਹੈ ਜੀ, ਇਹ ਹੈਗੇ ਡਕਟਾਈਲ ਮਟੀਰੀਅਲ ਦੇ ਲਈ, ਠੀਕ ਹੈ ਜੀ। ਸੋ ਇਲਾਸਟਿਸਿਟੀ ਅਤੇ ਇਲਾਸਟਿਕ ਲਿਮਿਟ ਇਸ ਤਰ੍ਹਾਂ ਇੱਕ ਦੂਜੇ ਦੇ ਉੱਤੇ ਡਿਪੈਂਡ ਕਰਦੀਆਂ ਨੇ। ਸੋ ਨੈਕਸਟ ਇਜ਼ ਹੁਕਸ ਲਾ, ਠੀਕ ਹੈ ਜੀ। ਇਹ ਵੀ ਆਪਾਂ ਬਹੁਤ ਵਾਰੀ ਪੜ੍ਹ ਚੁੱਕੇ ਹਾਂ। ਸੋ ਹੁਕਸ ਲਾ ਕੀ ਹੈਗਾ ਆ ਕਿ ਜੋ ਸਟ੍ਰੈਸ ਆ ਉਹ ਸਟ੍ਰੇਨ ਦੇ ਕੀ ਆ, ਪ੍ਰਪੋਰਸ਼ਨਲ ਆ। ਪ੍ਰਪੋਰਸ਼ਨਲ ਦਾ ਮਤਲਬ ਕੀ ਹੁੰਦਾ ਆ ਕਿ ਕੋਈ ਵੀ ਚੀਜ਼ ਆ ਜੇ ਸਟ੍ਰੈਸ ਇਨਕਰੀਜ਼ ਕਰ ਰਹੀ ਆ ਵਿਦ ਰਿਸਪੈਕਟ ਟੂ ਸਟ੍ਰੇਨ ਵੀ ਇਨਕਰੀਜ਼ ਕਰੇਗੀ। ਪ੍ਰਪੋਰਸ਼ਨਲ ਆ, ਉਹਦੇ ਪ੍ਰਪੋਰਸ਼ਨ ਦੇ ਮੁਤਾਬਿਕ ਉਹ ਇਨਕਰੀਜ਼ ਕਰਦੀ ਜਾਏਗੀ। ਪਰ ਕਿਸ ਮਤਲਬ ਇੱਕ ਉਹਨੇ ਨਾਲ ਇੱਕ ਚੀਜ਼ ਹੋਰ ਲਿਖੀ ਦਿੱਤੀ ਆ ਵਿਦ ਇਲਾਸਟਿਕ ਲਿਮਿਟ। ਇਲਾਸਟਿਕ ਲਿਮਿਟ ਦੇ ਵਿੱਚ ਹੀ ਰਹੂਗੀ ਉਹ, ਠੀਕ ਆ ਜੀ। ਜਿਸ ਤਰ੍ਹਾਂ ਆਪਾਂ ਪਿਛਲੀ ਕਰਵ ਦੇਖੀ ਆ, ਆਹ ਕਰਵ ਆ, ਇਹ ਕਰਵ ਦੇ ਵਿੱਚ ਆਪਾਂ ਦੇਖਦੇ ਪਏ ਹਾਂ A ਪੁਆਇੰਟ 'ਤੇ ਹੈਗਾ ਪ੍ਰਪੋਰਸ਼ਨਲ ਲਿਮਿਟ ਅਤੇ B ਪੁਆਇੰਟ ਕੀ ਹੈ ਇਲਾਸਟਿਕ ਲਿਮਿਟ, ਠੀਕ ਹੈ ਜੀ। ਅਤੇ ਹੁਕਸ ਲਾ ਕੀ ਕਹਿੰਦਾ ਪਿਆ ਕਿ ਜੋ ਸਟ੍ਰੈਸ ਆ ਉਹ ਸਟ੍ਰੇਨ ਦੇ ਪ੍ਰਪੋਰਸ਼ਨਲ ਰਹੂਗੀ, ਠੀਕ ਹੈ ਜੀ। ਮਤਲਬ ਜਿੱਦਾਂ ਸਟ੍ਰੈਸ ਇਨਕਰੀਜ਼ ਹੋਊਗੀ ਉੱਦਾਂ ਸਟ੍ਰੇਨ ਇਨਕਰੀਜ਼ ਹੋਊਗੀ, ਠੀਕ ਹੈ ਜੀ। ਉਹ ਕਿਸ ਲਿਮਿਟ ਤੱਕ ਹੋਊਗੀ, ਉਹ ਕਹਿੰਦਾ ਉਹ ਵਿਦਿਨ ਇਲਾਸਟਿਕ ਲਿਮਿਟ ਦੇ ਵਿੱਚ ਰਹੂਗੀ। ਵੈਸੇ ਦੇਖਿਆ ਜਾਵੇ ਤਾਂ ਲਿਮਿਟ ਆਫ ਪ੍ਰਪੋਰਸ਼ਨੈਲਿਟੀ ਆ ਉਹਦੇ ਜੇ ਆਪਾਂ ਪੁਆਇੰਟ A ਤੱਕ ਦੇਖੀਏ ਤਾਂ ਬਿਲਕੁਲ ਸਟ੍ਰੇਟ ਕਰਵ ਮਿਲਦੀ ਪਈ, ਲੀਨੀਅਰ ਕਰਵ ਮਿਲਦੀ ਪਈ ਸਾਨੂੰ। ਉਹ ਇਹ ਸ਼ੋਅ ਕਰਦਾ ਪਿਆ, ਲੀਨੀਅਰ ਕਰਵ ਇਹ ਸ਼ੋਅ ਕਰਦੀ ਪਈ ਹੈ ਕਿ ਬਿਲਕੁਲ ਪ੍ਰਪੋਰਸ਼ਨਲ ਆ ਉਹਦੇ, ਠੀਕ ਹੈ ਜੀ। ਸੋ ਇਹ ਲਿਮਿਟ ਦੇ ਵਿੱਚ ਹੀ ਰਹਿ ਰਹੀ ਆ ਇਹ ਚੀਜ਼, ਠੀਕ ਹੈ। ਉਸ ਤੋਂ ਬਾਅਦ ਦੇਖੋ ਕਰਵ ਕਦੀ ਵੱਧਦੀ ਹੈ, ਕਦੀ ਘੱਟਦੀ ਹੈ, ਕਦੀ ਸਟ੍ਰੈਸ ਇਨਕਰੀਜ਼ ਹੁੰਦੀ ਹੈ, ਕਦੀ ਸਟ੍ਰੇਨ ਇਨਕਰੀਜ਼ ਹੁੰਦੀ ਆ, ਠੀਕ ਹੈ ਜੀ। ਸੋ ਇਸ ਢੰਗ ਦੇ ਨਾਲ ਇਹ ਚੱਲਦਾ ਰਹਿੰਦਾ ਆ, ਠੀਕ ਆ। ਸੋ ਬਟ ਜੋ ਸਟ੍ਰੈਸ ਆ ਉਹ ਸਟ੍ਰੇਨ ਦੇ ਕਿਸ ਲਿਮਿਟ ਤੱਕ ਰਹੂਗਾ, ਪ੍ਰੋਪੋਰਸ਼ਨੈਲਿਟੀ ਜੋ ਲਿਮਿਟ ਉੱਥੇ ਤੱਕ ਰਹੂਗਾ, ਠੀਕ ਹੈ ਜੀ। ਉਹ ਜਿਹੜੀ ਕਿ ਵਿਦਿਨ ਇਲਾਸਟਿਕ ਜ਼ੋਨ ਦੇ ਵਿੱਚ ਆਉਂਦੀ ਪਈ ਹੈ, ਠੀਕ ਹੈ ਜੀ। ਸੋ ਇਹ ਉਸਨੇ ਕਿਹਾ ਆ। ਫਿਰ ਉਸ ਤੋਂ ਬਾਅਦ ਉਸਨੇ ਇੱਕ ਚੀਜ਼ ਹੋਰ ਐਕਸਪਲੇਨ ਕੀਤੀ ਅੱਗੇ, ਠੀਕ ਹੈ ਜੀ। ਸਟ੍ਰੈਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟ੍ਰੇਨ ਆ ਅਤੇ
ਜੇ ਮੈਂ ਡਾਇਰੈਕਟਿਵ ਪ੍ਰੋਪੋਰਸ਼ਨ ਦਾ ਸਾਈਨ ਹਟਾਉਂਦਾ ਤਾਂ ਮੈਨੂੰ ਕੀ ਮਿਲਦਾ ਆ, ਕੌਂਸਟੈਂਟ ਮਿਲਦਾ ਹੈ। ਠੀਕ ਹੈ ਜੀ। ਸੋ ਕੌਂਸਟੈਂਟ ਕੀ ਚੀਜ਼ ਆ, ਇਹਨੇ ਕੌਂਸਟੈਂਟ ਨੂੰ ਡਿਫਾਈਨ ਕੀਤਾ ਹੈ, ਕਹਿੰਦਾ ਇਹ ਹੈਗੀ ਮੋਡੂਲਸ ਆਫ ਇਲਾਸਟੀਸਿਟੀ। ਠੀਕ ਹੈ ਜੀ, ਮੋਡੂਲਸ ਆਫ ਇਲਾਸਟੀਸਿਟੀ ਅਤੇ ਕੋਫੀਸ਼ੀਐਂਟ ਆਫ ਇਲਾਸਟੀਸਿਟੀ ਵੀ ਇਹਨੂੰ ਨਾਮ ਦਿੱਤਾ ਆ। ਹੁਣ ਇਹ ਕੀ ਆ, ਇਹ ਚੀਜ਼ ਹੈਗੀ ਆ, ਇਹ ਉਹ ਪ੍ਰੋਪਰਟੀ ਆ, ਠੀਕ ਆ ਜੀ, ਇਹ ਉਹ ਵੈਲਿਊ ਆ, ਇਹ ਉਹ ਵੈਲਿਊ ਆ ਜਿਹੜੀ ਕਿ ਮਟੀਰੀਅਲ ਦੇ ਉੱਪਰ ਡਿਪੈਂਡ ਕਰਦੀ ਪਈ ਆ, ਕਿੱਦਾਂ ਦਾ ਮਟੀਰੀਅਲ ਹੈਗਾ ਆ। ਮਟੀਰੀਅਲ ਐਲੂਮੀਨੀਅਮ ਆ, ਕੋਪਰ ਆ, ਕਿਸ ਢੰਗ ਦਾ ਮਟੀਰੀਅਲ ਆਪਾਂ ਇਸਤੇਮਾਲ ਕਰ ਰਹੇ ਹਾਂ, ਕਿਉਂਕਿ ਹਰ ਇੱਕ ਮਟੀਰੀਅਲ ਦੀ ਆਪਣੀ ਇਲਾਸਟੀਸਿਟੀ ਹੁੰਦੀ ਆ। ਠੀਕ ਆ। ਸੋ ਜਦੋਂ ਮੈਂ ਹਰ ਮਟੀਰੀਅਲ ਦੇ ਉੱਤੇ ਇੱਕ ਇਕੁਅਲ ਫੋਰਸ ਅਪਲਾਈ ਕਰਾਂਗਾ, ਹਰ ਮਟੀਰੀਅਲ ਦੇ ਉੱਪਰ ਇਕੁਅਲ ਫੋਰਸ ਅਪਲਾਈ ਕਰਾਂਗਾ, ਅਤੇ ਉਹਦਾ ਜੋ ਇਲਾਸਟੀਸਿਟੀ ਦੀ ਜਿਹੜੀ ਪ੍ਰੋਪਰਟੀ ਆ, ਠੀਕ ਆ ਜੀ, ਉਹ ਸਾਨੂੰ ਉਸ ਇਕੁਅਲ ਫੋਰਸ ਹਰ ਮਟੀਰੀਅਲ ਦੇ ਉੱਪਰ ਅਪਲਾਈ ਕਰਦੇ ਹਾਂ, ਉਹ ਸਾਰੇ ਦੀ ਵੈਲਿਊ ਅਲੱਗ ਅਲੱਗ ਦੇਵਾਂਗੇ। ਰਬੜ ਦੀ ਸਾਨੂੰ ਕੁਛ ਵੈਲਿਊ ਮਿਲੂਗੀ, ਐਲੂਮੀਨੀਅਮ ਦੀ ਕੁਛ ਮਿਲੂਗੀ, ਕਾਪਰ ਦੀ ਕੁਛ ਮਿਲੂਗੀ, ਸਟੀਲ ਦੀ ਕੁਛ ਮਿਲੂਗੀ। ਠੀਕ ਹੈ ਜੀ, ਹਰ ਇੱਕ ਦੀ ਕੀ ਆ, ਆਪਣੀ ਆਪਣੀ ਇਲਾਸਟਿਕ ਲਿਮਿਟ ਇਲਾਸਟੀਸਿਟੀ ਦੀ ਵੈਲਿਊ ਮਿਲੇਗੀ ਸਾਨੂੰ। ਠੀਕ ਹੈ ਜੀ, ਉਹ ਹੀ ਜਿਹੜੀ ਵੈਲਿਊ ਇਹ ਦੱਸਦਾ ਪਿਆ ਕੌਂਸਟੈਂਟ, ਉਹ ਇਹ ਦੱਸਦਾ ਪਿਆ ਕਿ ਉਹ ਮਟੀਰੀਅਲ ਦੇ ਉੱਪਰ ਡਿਪੈਂਡ ਕਰਦਾ। ਇਲਾਸਟੀਸਿਟੀ ਜਿਹੜੀ ਪ੍ਰੋਪਰਟੀ ਉਹ ਮਟੀਰੀਅਲ ਦੇ ਉੱਪਰ ਡਿਪੈਂਡ ਕਰਦੀ ਪਈ, ਕਿੱਦਾਂ ਦਾ ਨੇਚਰ ਆ ਮਟੀਰੀਅਲ ਦਾ। ਠੀਕ ਹੈ ਜੀ, ਕੁਝ ਜਿੱਦਾਂ ਗਲਾਸ ਕੀ ਆ, ਬ੍ਰਿਟਲ ਆ, ਉਹ ਜ਼ਿਆਦਾ ਡਿਫੋਰਮ ਨਹੀਂ ਕਰਦਾ। ਸੋ ਉਹਦੇ ਵਿੱਚ ਜਿਹੜੀ ਮੋਡੂਲਸ ਆਫ ਇਲਾਸਟੀਸਿਟੀ ਦੀ ਜਿਹੜੀ ਵੈਲਿਊ ਹੋਊਗੀ ਉਹ ਘੱਟ ਹੋਊਗੀ। ਠੀਕ ਹੈ ਜੀ, ਇਲਾਸਟੀਸਿਟੀ ਉਹ 'ਚ ਘੱਟ ਹੋਊਗੀ। ਇੱਦਾਂ ਹੀ ਜਿਹੜੇ ਰਬਰ ਹੋ ਗਿਆ ਉਹ 'ਚ ਇਲਾਸਟੀਸਿਟੀ ਵੈਲਿਊ ਜ਼ਿਆਦਾ ਹੋਊਗੀ। ਠੀਕ ਹੈ ਜੀ, ਸੋ ਉਹ ਜਿਹੜੀ ਵੈਲਿਊ ਆ, ਠੀਕ ਆ, ਉਹ ਡਿਫਾਈਨ ਕਰਦਾ ਪਿਆ ਕਿ ਇਹ ਡਿਪੈਂਡ ਕਰਦਾ ਆ, ਕਿਹਦੇ ਉੱਪਰ ਡਿਪੈਂਡ ਕਰਦਾ, ਨੇਚਰ ਆਫ ਦਾ ਮਟੀਰੀਅਲ ਕਿਸ ਤਰ੍ਹਾਂ ਦਾ ਹੈਗਾ। ਠੀਕ ਹੈ ਜੀ, ਸੋ ਮੋਡੂਲਸ ਆਫ ਇਲਾਸਟੀਸਿਟੀ ਉਹਨੇ 3 ਪਾਰਟਸ ਦੇ ਵਿੱਚ ਡਿਵਾਈਡ ਕੀਤੀ ਆ। ਇੱਕ ਹੈਗੀ ਯੰਗ ਮੋਡੂਲਸ ਆਫ ਇਲਾਸਟੀਸਿਟੀ, ਮੋਡੂਲਸ ਆਫ ਰਿਜਿਡਿਟੀ ਅਤੇ ਬਲਕ ਮੋਡੂਲਸ ਆਫ ਇਲਾਸਟੀਸਿਟੀ। ਇਹ 3 ਵੈਲਿਊ ਦੇ ਵਿੱਚ ਉਹਨੇ ਇਹਨੂੰ ਡਿਵਾਈਡ ਕੀਤਾ ਆ। ਹੁਣ ਇਹ ਤਿੰਨੋਂ ਕੀ ਸ਼ੋਅ ਕਰਦੀਆਂ ਪਈਆਂ ਆ, ਇਹ ਤਿੰਨੋਂ ਚੀਜ਼ਾਂ ਇਹ ਸ਼ੋਅ ਕਰਦੀਆਂ ਪਈਆਂ ਆ। ਠੀਕ ਹੈ ਜੀ, ਕਿ ਆਪਾਂ ਕਿਸ ਤਰ੍ਹਾਂ ਦਾ, ਕਿਸ ਢੰਗ ਦੀ ਫੋਰਸ ਅਪਲਾਈ ਕਰਦੇ ਪਏ ਆ। ਠੀਕ ਆ, ਇਲਾਸਟੀਸਿਟੀ ਆਪਾਂ ਚੈੱਕ ਕਰਨੀ ਆ, ਪ੍ਰੋਪਰਟੀ ਚੈੱਕ ਕਰਨੀ ਆ ਆਪਾਂ ਕਿਸੇ ਮਟੀਰੀਅਲ ਦੀ। ਹੁਣ ਇਹ ਵੀ ਤਾਂ ਦੇਖਣਾ ਨਾ ਕਿਸ ਤਰ੍ਹਾਂ ਦੀ ਫੋਰਸ ਅਪਲਾਈ ਕੀਤੀ ਜਾ ਰਹੀ ਆ। ਸੋ ਇਹੀ ਚੀਜ਼ ਨੂੰ ਡਿਫਾਈਨ ਕਰਦਾ ਪਿਆ ਆ। ਪਹਿਲਾਂ ਆ ਗਿਆ ਸਾਡਾ ਯੰਗ ਮੋਡੂਲਸ ਆਫ ਇਲਾਸਟੀਸਿਟੀ। ਯੰਗ ਮੋਡੂਲਸ ਆਫ ਇਲਾਸਟੀਸਿਟੀ ਦੇ ਵਿੱਚ ਆਪਾਂ ਟੈਂਸਾਈਲ ਅਤੇ ਕੰਪਰੈਸਿਵ ਫੋਰਸ ਲਗਾਉਂਦੇ ਪਏ ਹਾਂ ਕਿਸੇ ਮਟੀਰੀਅਲ ਦੇ ਉੱਪਰ, ਕਿਸੇ ਬੋਡੀ ਦੇ ਉੱਤੇ। ਠੀਕ ਆ ਜੀ, ਹੁਣ ਜਦੋਂ ਆਪਾਂ ਉਹ ਫੋਰਸ ਅਪਲਾਈ ਕੀਤੀ, ਠੀਕ ਆ, ਉਸ ਦੌਰਾਨ ਸਾਨੂੰ ਜੋ ਮਟੀਰੀਅਲ ਦੇ ਵਿੱਚ ਸਟਰੈਸ ਅਤੇ ਸਟ੍ਰੇਨਸ ਸਾਨੂੰ ਮਿਲਦੀਆਂ ਪਈਆਂ, ਉਹਨਾਂ ਨੂੰ ਜਦੋਂ ਤੁਸੀਂ ਡਿਵਾਈਡ ਕਰ ਦੋਗੇ, ਉਹਨਾਂ ਦੀ ਰੇਸ਼ੋ ਆ ਸਟਰੈਸ ਅਪੋਨ ਸਟ੍ਰੇਨ, ਕੰਪਰੈਸਿਵ ਸਟਰੈਸ ਅਪੋਨ ਕੰਪਰੈਸਿਵ ਸਟ੍ਰੇਨ, ਟੈਂਸਾਈਲ ਸਟਰੈਸ ਅਪੋਨ ਟੈਂਸਾਈਲ ਸਟ੍ਰੇਨ, ਉਹਨਾਂ ਦੀ ਵੈਲਿਊ ਜੋ ਤੁਸੀਂ ਇਹਨਾਂ ਵਿੱਚ ਪੁੱਟ ਅਪ ਕਰੋਗੇ ਤਾਂ ਫਿਰ ਸਾਨੂੰ ਯੰਗ ਮੋਡੂਲਸ ਆਫ ਇਲਾਸਟੀਸਿਟੀ ਦੀ ਵੈਲਿਊ ਦੱਸੂਗਾ। ਠੀਕ ਆ ਜੀ, ਯੰਗ ਮੋਡੂਲਸ ਆਫ ਇਲਾਸਟੀਸਿਟੀ। ਠੀਕ ਆ, ਸੋ ਇਸੇ ਤਰ੍ਹਾਂ ਹੀ ਜਦੋਂ ਆਪਾਂ ਫੋਰਸ ਅਪਲਾਈ ਕਰਾਂਗੇ ਸ਼ੀਅਰ ਫੋਰਸ ਮਟੀਰੀਅਲ ਦੇ ਉੱਤੇ, ਉਦੋਂ ਵੀ ਸਾਨੂੰ ਸਟਰੈਸ ਅਤੇ ਸਟ੍ਰੇਨ ਉਹਦੇ ਵਿੱਚ ਮਟੀਰੀਅਲ ਦੇ ਵਿੱਚ ਮਿਲੂਗੀਆਂ। ਠੀਕ ਹੈ ਜੀ, ਸੋ ਉਸ ਦੌਰਾਨ ਜਿਹੜੀ ਵੈਲਿਊ ਸਾਨੂੰ ਮਿਲਦੀ ਪਈ ਆ ਉਹ ਮਿਲੂਗੀ ਸਾਨੂੰ ਸ਼ੀਅਰ ਮੋਡੂਲਸ ਆਫ ਰਿਜਿਡਿਟੀ। ਠੀਕ ਆ, ਇਹ ਸਭ ਕੁਛ ਇਲਾਸਟੀਸਿਟੀ ਹੀ, ਮਤਲਬ ਉਹਦੀ ਮਟੀਰੀਅਲ ਦੀ ਇਲਾਸਟੀਸਿਟੀ ਹੀ ਦੱਸਦੀ ਪਈ ਆ, ਬਟ ਡਿਪੈਂਡ ਬਾਤ ਕਰਦਾ ਵਾ ਕਿੱਦਾਂ ਦੀ ਫੋਰਸ ਆਪਾਂ ਅਪਲਾਈ ਕਰਦੇ ਪਏ ਹਾਂ। ਠੀਕ ਆ, ਇਸੇ ਤਰ੍ਹਾਂ ਆਪਾਂ ਗੱਲ ਕਰਦੇ ਬਲਕ ਮੋਡੂਲਸ ਦੇ ਵਿੱਚ ਕੀ ਆ, ਨੋਰਮਲ ਸਟ੍ਰੈਸਿਸ ਆ ਗਈਆਂ। ਠੀਕ ਆ ਜੀ, ਅਤੇ ਵੋਲੀਮੈਟ੍ਰਿਕ ਸਟ੍ਰੇਨ ਆ ਗਿਆ। ਠੀਕ ਆ, ਵੋਲੀਅਮ ਆ ਕਿਸੇ ਚੀਜ਼, ਕੋਈ ਮਟੀਰੀਅਲ ਆ ਮੇਰੇ ਕੋਲ, ਠੀਕ ਆ, ਉਹਦਾ ਕੋਈ ਵੋਲੀਅਮ ਹੈਗਾ ਆ, ਉਹਦੇ ਉੱਪਰ ਨੋਰਮਲ ਸਟ੍ਰੈਸਿਸ ਆਪਾਂ ਅਪਲਾਈ ਕਰਦੇ ਪਏ ਹਾਂ। ਜੇ ਨੋਰਮਲ ਫੋਰਸਿਸ ਆਪਾਂ ਅਪਲਾਈ ਕਰਦੇ ਪਏ ਹਾਂ ਅਤੇ ਉਹਦੇ ਵੋਲੀਅਮ ਦੇ ਉੱਪਰ ਕੀ ਇਫੈਕਟ ਪੈਂਦਾ ਪਿਆ ਆ। ਠੀਕ ਆ ਜੀ, ਉਸ ਮਟੀਰੀਅਲ ਦੇ ਵਿੱਚ ਵੋਲੀਮੈਟ੍ਰਿਕ ਕੀ ਸਟ੍ਰੇਨਸ ਪੈਦਾ ਹੋ ਰਹੀਆਂ ਆ। ਠੀਕ ਆ, ਉਹਦੇ ਬਾਰੇ। ਸੋ ਇਹ ਡਿਪੈਂਡ ਕਰਦਾ ਕਿੱਦਾਂ ਦੀ ਆਪਾਂ ਫੋਰਸ ਅਪਲਾਈ ਕਰਦੇ ਪਏ ਹਾਂ। ਸੋ ਉਸ ਅਕੋਰਡਿੰਗ ਇਹ ਜਿਹੜੀ ਇਲਾਸਟੀਸਿਟੀ ਆ ਉਹ ਡਿਵਾਈਡ ਹੋਈ ਆ ਸਾਡੀ। ਠੀਕ ਆ ਜੀ, ਮੇਨ ਗੱਲ ਇਲਾਸਟੀਸਿਟੀ ਜੋ ਹੈਗਾ ਉਹਦਾ ਮੇਨ ਫਾਰਮੂਲਾ ਜੋ ਹੈਗਾ ਉਹ ਸਟਰੈਸ ਅਪੋਨ ਸਟ੍ਰੇਨ ਹੀ ਆ। ਠੀਕ ਆ ਜੀ, ਬਸ ਡਿਪੈਂਡ ਕਰਦਾ ਆ ਕਿ ਆਪਾਂ ਹੁਣ ਕਿੱਦਾਂ ਦੀ ਫੋਰਸ ਅਪਲਾਈ ਕਰਦੇ ਪਏ ਹਾਂ ਅਤੇ ਕਿੱਦਾਂ ਦੀਆਂ ਸਟ੍ਰੈਸਿਸ ਪੈਦਾ ਹੋ ਰਹੀਆਂ, ਉਹਦੇ ਕਰਕੇ ਫੋਰਸ ਕਰਕੇ ਕਿੱਦਾਂ ਦੀਆਂ ਸਟ੍ਰੈਸਿਸ ਪੈਦਾ ਹੋ ਰਹੀਆਂ ਅਤੇ ਸਟ੍ਰੇਨਸ ਪੈਦਾ ਹੋ ਰਹੀਆਂ। ਜਿੱਦਾਂ ਆਪਾਂ ਲਾਸਟ ਟਾਈਮ ਆਪਾਂ ਪਿੱਛੇ ਪੜ੍ਹਿਆ ਵੀ ਸੀਗਾ ਕਿ ਟਾਈਪਸ ਆਫ ਲੋਡਸ ਹੈਗੇ ਆ। ਲੋਡ ਕਿਤੇ ਡਿਪੈਂਡ ਕਰਦਾ ਸੀਗਾ, ਜਿੱਦਾਂ ਟੈਂਸਾਈਲ ਲੋਡ ਹੋ ਗਿਆ, ਬੈਂਡਿੰਗ ਲੋਡ ਹੋ ਗਿਆ, ਉਹ ਡਿਪੈਂਡ ਕਰਦਾ ਸੀ ਫੋਰਸ ਕਿੱਦਾਂ ਦੀ ਅਪਲਾਈ ਕਰਦੇ। ਜਿੱਦਾਂ ਦੀ ਫੋਰਸ ਅਪਲਾਈ ਕਰਦੇ ਸੀ ਉੱਦਾਂ ਦਾ ਮਟੀਰੀਅਲ ਦੇ ਵਿੱਚ ਜੋ ਸਾਨੂੰ ਜਿੱਦਾਂ ਆਪਾਂ ਟੈਂਸਾਈਲ ਲੋਡ ਅਪਲਾਈ ਕੀਤਾ ਅਤੇ ਟੈਂਸਾਈਲ ਲੋਡ ਅਪਲਾਈ ਕਰਨ ਨਾਲ ਜਿੱਦਾਂ ਦੀਆਂ ਉਹਦੇ ਵਿੱਚ ਸਟ੍ਰੈਸਿਸ ਪੈਦਾ ਹੋਈਆਂ ਉਹ ਟੈਂਸਾਈਲ ਸਟ੍ਰੈਸਿਸ ਬਣ ਗਈਆਂ, ਟੈਂਸਾਈਲ ਸਟ੍ਰੇਨ ਬਣ ਗਈਆਂ। ਸੋ ਉਸ ਤਰੀਕੇ ਨਾਲ ਜਿੱਦਾਂ ਦਾ ਆਪਾਂ ਲੋਡ ਅਪਲਾਈ ਕਰਦੇ ਪਏ ਹਾਂ ਉੱਦਾਂ ਦੀ ਸਾਨੂੰ ਉਹਦੀ ਵੈਲਿਊ ਮਿਲੇਗੀ। ਠੀਕ ਹੈ ਜੀ, ਸੋ ਜਿਸ ਤਰ੍ਹਾਂ ਹੁਣ ਇੱਥੇ ਆਪਾਂ ਇਲਾਸਟੀਸਿਟੀ ਦੀ ਗੱਲ ਕਰਦੇ ਪਏ ਹਾਂ। ਠੀਕ ਹੈ ਜੀ, ਹੁਣ ਇਲਾਸਟੀਸਿਟੀ ਆ ਅਤੇ ਇਲਾਸਟੀਸਿਟੀ ਨੂੰ ਆਪਾਂ ਡਿਵਾਈਡ ਕਰਦੇ ਪਏ ਹਾਂ। ਮਟੀਰੀਅਲ ਦੀ ਇਲਾਸਟੀਸਿਟੀ ਕਿੱਦਾਂ ਡਿਵਾਈਡ ਕਰਦੇ ਪਏ ਹਾਂ, ਆਪਾਂ 3 ਪਾਰਟਸ 'ਚ ਡਿਵਾਈਡ ਕੀਤੀ ਆ। ਜਿੱਥੇ ਆਪਾਂ ਟੈਂਸਾਈਲ ਅਤੇ ਕੰਪਰੈਸਿਵ ਲਗਾਇਆ ਤਾਂ ਉੱਥੇ ਆਪਾਂ
ਸਾਨੂੰ ਯੰਗ ਮੋਡੂਲਸ ਆਫ ਇਲਾਸਟਿਸਿਟੀ ਮਿਲਦਾ ਪਿਆ, ਜਿੱਥੇ ਸ਼ੀਅਰ ਫੋਰਸ ਲਗਾ ਦਿੱਤੀ ਉੱਥੇ ਸਾਨੂੰ ਆਹ ਮਿਲਦੀ ਪਈ ਆ ਸ਼ੀਅਰ ਮੋਡੂਲਸ, ਠੀਕ ਆ ਜੀ। ਅਤੇ ਇਸੇ ਤਰ੍ਹਾਂ ਵੋਲੀਅਮ ਦੇ ਨੇ ਤਾਂ ਇਸ ਤਰ੍ਹਾਂ ਸਾਨੂੰ ਬਲਕ ਮੋਡੂਲਸ ਮਿਲਦਾ ਪਿਆ। ਸੋ ਇਹਨਾਂ ਨੂੰ ਆਪਾਂ ਡਿਨੋਟ ਕਰਦੇ ਹਾਂ, ਐਬਰੀਵੇਸ਼ਨ ਯਾਦ ਕਰ ਲਓ, ਜਿਹੜਾ ਯੰਗ ਮੋਡੂਲਸ ਆ ਉਹ ਈ ਦੇ ਨਾਲ ਡਿਨੋਟ ਕਰਦੇ ਹਾਂ, ਜੋ ਸ਼ੀਅਰ ਮੋਡੂਲਸ ਆ ਉਹ ਆਪਾਂ ਸੀ ਦੇ ਨਾਲ ਡਿਨੋਟ ਕਰਦੇ ਹਾਂ, ਅਤੇ ਜੋ ਬਲਕ ਮੋਡੂਲਸ ਆਪਾਂ ਕੇ ਦੇ ਨਾਲ ਡਿਨੋਟ ਕਰਦੇ ਹਾਂ, ਠੀਕ ਹੈ ਜੀ। ਜਦੋਂ ਨੂਮੈਰੀਕਲ ਆਪਾਂ ਕਰਨੇ ਆ ਉਸ ਵੇਲੇ ਸਾਨੂੰ ਇਹਨਾਂ ਦੀ ਲੋੜ ਪੈਣੀ ਆ। ਅਤੇ ਇਹਨਾਂ ਦੀ ਵੈਲਿਊ ਹਰ ਇੱਕ ਮਟੀਰੀਅਲ ਦੀ ਆਪਣੀ ਆਪਣੀ ਵੈਲਿਊ ਹੁੰਦੀ ਆ, ਠੀਕ ਆ ਜੀ। ਈ ਦੀ, ਸੀ ਦੀ ਆਪਣੀ ਆਪਣੀ ਵੈਲਿਊ ਹੁੰਦੀ ਆ, ਅਤੇ ਉਹ ਤੁਹਾਨੂੰ ਜਿੱਦਾਂ ਹੁਣ ਸਟੀਲ ਆ ਗਿਆ ਸਪੋਜ਼ ਮਟੀਰੀਅਲ, ਠੀਕ ਆ, ਜਾਂ ਬਰਾਸ ਮਟੀਰੀਅਲ ਆ ਗਿਆ, ਤਾਂ ਉਹਨਾਂ ਦੀ ਆਪਣੀ ਆਪਣੀ ਵੈਲਿਊ ਹੋਣੀ ਹੈ ਈ ਸੀ, ਠੀਕ ਆ ਜੀ। ਸੋ ਉਹ ਆਪਾਂ ਵੈਲਿਊ ਜੋ ਵੀ ਹੋਈਆਂ ਆਪਾਂ ਉਹ ਨੂਮੈਰੀਕਲਸ ਦੇ ਵਿੱਚ ਇਸਤੇਮਾਲ ਕਰਕੇ, ਠੀਕ ਆ, ਗਿਵਨ ਹੋਣਗੀਆਂ ਵੈਲਿਊਜ਼, ਉਹ ਆਪਾਂ ਇਸਤੇਮਾਲ ਕਰਕੇ ਅੱਗੇ ਨੂਮੈਰੀਕਲਸ ਨੂੰ ਸੋਲਵ ਕਰਨਾ ਹੈ, ਠੀਕ ਆ ਜੀ। ਸੋ ਇਹਦੇ ਵਿੱਚ ਜੋ ਇਹਦਾ ਯੂਨਿਟਸ ਹੈਗੇ ਆ ਸਟ੍ਰੈਸ ਅਪੋਨ ਸਟ੍ਰੇਨ, ਠੀਕ ਆ ਜੀ, ਹਮੇਸ਼ਾ ਇਹਦੇ ਜਿਹੜੇ ਯੂਨਿਟਸ ਰਹਿਣੇ ਆ ਨਿਊਟਨ ਪਰ ਮੀਟਰ ਸਕੁਏਅਰ ਹੀ ਰਹਿਣੇ ਆ, ਠੀਕ ਆ। ਸੋ ਆਪਾਂ ਨੈਕਸਟ ਦੇਖਦੇ ਹਾਂ। ਨੈਕਸਟ ਇਜ਼ ਲੌਂਗੀਟਿਊਡਨਲ ਸਟ੍ਰੇਨ ਅਤੇ ਲੇਟਰਲ ਸਟ੍ਰੇਨ, ਠੀਕ ਆ ਜੀ। ਇਹ ਦੋਨੋਂ ਚੀਜ਼ਾਂ, ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ ਆ, ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛਦੇ ਆ ਲੌਂਗੀਟਿਊਡਨਲ ਸਟ੍ਰੇਨ ਕੀ ਆ ਅਤੇ ਲੇਟਰਲ ਸਟ੍ਰੇਨ ਕੀ ਆ, ਠੀਕ ਆ ਜੀ। ਸੋ ਇਹਨੂੰ ਸਮਝਣ ਦੇ ਲਈ ਹੁਣ ਆਪਾਂ ਐਗਜ਼ਾਮਪਲਸ ਲਈਆਂ ਹੋਏ ਨੀਚੇ, ਠੀਕ ਆ। ਇਹ ਦੋਨੋਂ ਇਕੱਠੀਆਂ ਚੱਲਣਗੀਆਂ, ਲੌਂਗੀਟਿਊਡਨਲ ਵੀ ਅਤੇ ਲੇਟਰਲ ਵੀ, ਠੀਕ ਆ ਜੀ। ਸੋ ਆਪਾਂ ਇੱਕ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹਨੂੰ ਕੀ ਹੈਗਾ ਆ ਇਹਦੇ ਥਰੂ। ਲੌਂਗੀਟਿਊਡਨਲ ਸਟ੍ਰੇਨ ਕੀ ਕਹਿੰਦੇ ਪਏ ਆ ਕਿ ਜਦੋਂ ਸਾਡੀ ਕੋਈ ਬੋਡੀ ਆ ਉਹ ਕਿਹਦੇ ਅੰਡਰ ਆ, ਟੈਂਸਾਈਲ ਅਤੇ ਕੰਪਰੈਸਿਵ ਲੋਡ ਦੇ ਅੰਡਰ ਆ, ਤਾਂ ਕੀ ਆ ਕਹਿੰਦਾ ਦੇਅਰ ਇਜ਼ ਐਨ ਐਕਸੀਅਲ ਡਿਫੋਰਮੇਸ਼ਨ ਇਨ ਦਾ ਲੈਂਥ ਆਫ ਦਾ ਬੋਡੀ। ਅਫਕੋਰਸ ਜੇ ਮੈਂ ਕਿਸੇ ਬੋਡੀ ਦੇ, ਮੈਂ ਟੈਂਸਾਈਲ ਦੀ ਗੱਲ ਕਰਦਾ, ਚਲੋ ਟੈਂਸਾਈਲ ਦੀ ਗੱਲ ਹੀ ਕਰਦੇ ਹਾਂ, ਠੀਕ ਆ ਜੀ। ਟੈਂਸਾਈਲ ਮੈਂ ਫੋਰਸ ਲਗਾਈ, ਠੀਕ ਆ, ਬੋਡੀ ਦੇ ਉੱਤੇ। ਹੁਣ ਟੈਂਸਾਈਲ ਫੋਰਸ ਲਗਾਊਂਗਾ ਤਾਂ ਉਹਦੀ ਅਫਕੋਰਸ ਉਹਦੀ ਲੈਂਥ ਦੇ ਵਿੱਚ ਚੇਂਜ ਆਊਗਾ, ਇਨਕਰੀਜ਼ ਹੋਊਗੀ ਉਹਦੀ ਲੈਂਥ, ਠੀਕ ਆ ਜੀ। ਹੁਣ ਜਿਹੜੀ ਟੈਂਸਾਈਲ ਫੋਰਸ ਲੱਗਦੀ ਵੀ ਅਲੋਂਗ ਦਾ ਐਕਸਿਸ ਲੱਗਦੀ ਪਈ ਆ, ਠੀਕ ਆ, ਮਤਲਬ ਕਿ ਬੋਡੀ ਦੇ ਵਿੱਚ ਡਿਫੋਰਮੇਸ਼ਨਸ ਆਉਣਗੀਆਂ ਅਲੋਂਗ ਦਾ ਲੈਂਥ ਆਉਣਗੀਆਂ, ਠੀਕ ਆ। ਸੋ ਜਿਹੜੀ ਲੌਂਗੀਟਿਊਡਨਲ ਸਟ੍ਰੇਨ ਕੀ ਹੁੰਦਾ ਆ, ਚੇਂਜ ਇਨ ਲੈਂਥ ਅਪੋਨ ਓਰੀਜਨਲ ਲੈਂਥ ਹੁੰਦੀ ਆ। ਲੌਂਗੀਟਿਊਡਨਲ ਸਟ੍ਰੇਨ ਕੀ ਹੈਗੀ ਆ, ਲੀਨੀਅਰ ਸਟ੍ਰੇਨ ਕੀ ਹੈਗੀ ਆ, ਠੀਕ ਹੈ ਜੀ। ਉਹ ਵੀ ਇਹੀ ਦੱਸਦਾ ਪਿਆ ਕਿ ਜਿਹੜੀ ਐਕਸੀਅਲ ਡਿਫੋਰਮੇਸ਼ਨ ਹੋ ਰਹੀ ਆ ਟੂ ਦਾ ਓਰੀਜਨਲ ਲੈਂਥ ਆਫ ਦਾ ਬੋਡੀ, ਉਹਨਾਂ ਨੂੰ ਜਦੋਂ ਆਪਾਂ ਉਹਨਾਂ ਦੀ ਜੋ ਰੇਸ਼ੋ ਆ ਉਹਨਾਂ ਨੂੰ ਆਪਾਂ ਲੌਂਗੀਟਿਊਡਨਲ ਸਟ੍ਰੇਨ ਕਹਿੰਦੇ ਪਏ, ਠੀਕ ਹੈ ਜੀ। ਅਤੇ ਲੇਟਰਲ ਦੀ ਗੱਲ ਕਰੀਏ, ਲੇਟਰਲ ਦੇ ਵਿੱਚ ਕੀ ਕਹਿੰਦੇ, ਦਾ ਸਟ੍ਰੇਨ ਐਟ ਰਾਈਟ ਐਂਗਲਸ ਟੂ ਦਾ ਡਾਇਰੈਕਸ਼ਨ ਆਫ ਅਪਲਾਈਡ ਫੋਰਸ। ਬੋਡੀ ਦੇ ਵਿੱਚ ਜਿਹੜੀਆਂ ਸਟ੍ਰੇਨਸ ਪੈਦਾ ਹੋ ਰਹੀਆਂ ਆ, ਜਿਹੜੀਆਂ ਅਲੋਂਗ ਦਾ ਐਕਸਿਸ ਹੋ ਰਹੀਆਂ ਪੈਦਾ, ਉਹਨੂੰ ਆਪਾਂ ਕਹਿੰਦੇ ਪਏ ਹਾਂ ਲੌਂਗੀਟਿਊਡਨਲ ਸਟ੍ਰੇਨ। ਜਿਹੜੀਆਂ ਐਕਸਿਸ ਦੇ ਰਾਈਟ ਐਂਗਲ 'ਤੇ ਪੈਦਾ ਹੋ ਰਹੀਆਂ ਹੈ, ਰਾਈਟ ਐਂਗਲ 'ਤੇ ਪੈਦਾ ਹੋ ਰਹੀਆਂ ਮਤਲਬ 90 ਡਿਗਰੀ 'ਤੇ ਪੈਦਾ ਹੋ ਰਹੀਆਂ ਸਟ੍ਰੇਨਸ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਲੇਟਰਲ ਸਟ੍ਰੇਨਸ ਕਹਿੰਦੇ ਆ। ਇਹਨੂੰ ਸਮਝਣ ਦੇ ਲਈ ਮੈਂ ਇੱਕ ਐਗਜ਼ਾਮਪਲ ਲੈਂਦਾ ਹੈ, ਠੀਕ ਹੈ ਜੀ। ਜਿੱਦਾਂ ਸਪੋਜ਼ ਆਹ ਮੇਰੇ ਕੋਲ ਇੱਕ ਬਾਰ ਆ ਜਿਹਦੇ ਉੱਪਰ ਆਪਾਂ ਫੋਰਸ ਅਪਲਾਈ ਕਰਦੇ ਪਏ ਹਾਂ, ਠੀਕ ਹੈ ਜੀ। ਆਪਾਂ ਐਗਜ਼ਾਮਪਲ ਲੈਂਦੇ ਕੰਪਰੈਸਿਵ ਫੋਰਸ, ਮੈਂ ਕੰਪਰੈਸਿਵ ਫੋਰਸ ਅਪਲਾਈ ਕਰਦਾ। ਹੁਣ ਜਿਹੜੀ ਕੰਪਰੈਸਿਵ ਫੋਰਸ ਆ ਅਫਕੋਰਸ ਮੈਂ ਇੱਧਰੋਂ ਅੰਦਰਲੇ ਪਾਸੇ ਜਾਵਾਂਗਾ ਤਾਂ ਹੀ ਕੰਪਰੈਸਿਵ ਫੋਰਸ ਅਪਲਾਈ ਹੋਊਗੀ ਬਾਰ ਦੇ ਉੱਤੇ। ਹੁਣ ਜਦੋਂ ਮੈਂ ਬਾਰ ਦੇ ਉੱਤੇ ਕੰਪਰੈਸਿਵ ਫੋਰਸ ਅਪਲਾਈ ਕੀਤੀ, ਉਹਦੇ ਨਾਲ ਕੀ ਹੋਊਗਾ, ਇਹ ਜੋ ਉਹਦੀ ਵਿਡਥ ਹੈਗੀ ਆ, ਬੀ ਹੈਗੀ ਹੈ ਵਿਡਥ, ਉਹ ਘੱਟ ਜਾਏਗੀ, ਠੀਕ ਹੈ ਜੀ। ਅਫਕੋਰਸ ਜੇ ਮੈਂ ਕਿਸੇ ਚੀਜ਼ ਨੂੰ ਕੰਪਰੈਸ ਕਰਦਾ ਪਿਆ ਤਾਂ ਉਹਦੀ ਜੋ ਵਿਡਥ ਆ ਉਹ ਘਟੇਗੀ। ਹੁਣ ਜਦੋਂ ਇਹ ਚੀਜ਼ ਘਟੇਗੀ ਤਾਂ ਜਿਹੜਾ ਬਾਹਰਲਾ ਏਰੀਆ ਹੈ ਉਹ ਕੀ ਕਰੂਗਾ, ਐਕਸਪੈਂਡ ਕਰੂਗਾ। ਅਫਕੋਰਸ ਜੇ ਕੋਈ ਚੀਜ਼ ਆ ਮੈਂ ਕਿਸੇ ਨੂੰ ਕੰਪਰੈਸ ਕਰਦਾ ਪਿਆ ਆ ਤਾਂ ਜਿਹੜਾ ਉਹਦਾ ਉੱਪਰਲਾ ਹਿੱਸਾ ਆ, ਠੀਕ ਆ ਜੀ, ਉਹ ਕੀ ਕਰੂਗਾ, ਉੱਪਰ ਨੂੰ ਅਤੇ ਨੀਚੇ ਨੂੰ ਕੀ ਕਰੂਗਾ, ਉਹ ਐਕਸਪੈਂਡ ਕਰੇਗਾ, ਠੀਕ ਆ ਨਾ। ਹੁਣ ਆਹ ਫੋਰਸ ਲਗਾਉਣ ਦੇ ਨਾਲ, ਕੰਪਰੈਸਿਵ ਫੋਰਸ ਲਗਾਉਣ ਦੇ ਨਾਲ ਕੀ ਹੋਇਆ ਉਸ ਬੋਡੀ ਦੇ ਅੰਦਰ, ਠੀਕ ਹੈ ਜੀ, ਦੋ ਤਰ੍ਹਾਂ ਦੀਆਂ ਸਟ੍ਰੇਨਸ ਪੈਦਾ ਹੋਈਆਂ, ਕਿਹੜੀਆਂ, ਇੱਕ ਲੌਂਗੀਟਿਊਡਨਲ ਸਟ੍ਰੇਨ ਪੈਦਾ ਹੋਈ ਆ, ਇੱਕ ਲੇਟਰਲ ਸਟ੍ਰੇਨ ਪੈਦਾ ਹੋਈ ਆ। ਲੌਂਗੀਟਿਊਡਨਲ ਸਟ੍ਰੇਨ ਕਿੱਦਾਂ ਪੈਦਾ ਹੋਈ ਆ, ਅਲੋਂਗ ਦਾ ਐਕਸਿਸ। ਉਹਨੇ ਕੀ ਕੀਤਾ, ਉਸ ਦੀ ਵਿਡਥ ਨੂੰ ਘਟਾ ਦਿੱਤਾ, ਚੇਂਜ ਇਨ ਲੈਂਥ ਕਰ ਦਿੱਤੀ ਨਾ ਉਹਦੀ, ਠੀਕ ਹੈ ਜੀ, ਉਹਦੀ ਵਿਡਥ ਨੂੰ ਕੀ ਕਰ ਦਿੱਤਾ, ਘਟਾ ਦਿੱਤਾ। ਅਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਕੀ ਹੋਇਆ ਆ, ਦੂਜੇ ਪਾਸੇ ਦੇਖਿਆ ਜਾਵੇ ਤਾਂ ਕੀ ਹੋਇਆ, ਇਹਦੇ ਵਿੱਚ ਕੀ ਹੋਇਆ, ਇਹ ਫੈਲ ਗਿਆ ਮਟੀਰੀਅਲ ਉੱਪਰ ਨੂੰ 90 ਡਿਗਰੀ ਵੱਲ ਨੂੰ ਫੈਲ ਗਿਆ ਮਟੀਰੀਅਲ। ਮਤਲਬ ਕੀ ਹੋਇਆ, ਉਹਦਾ ਡਾਇਆਮੀਟਰ ਕੀ ਹੋ ਗਿਆ, ਇੱਥੇ ਇਹਦਾ ਡਾਇਆਮੀਟਰ ਕੀ ਹੋ ਗਿਆ, ਇਨਕਰੀਜ਼ ਹੋ ਗਿਆ। ਪਹਿਲਾਂ ਡਾਇਆਮੀਟਰ ਕਿੰਨਾ ਸੀਗਾ, ਜੇ ਮਤਲਬ ਉਹਦਾ ਡਾਇਆਮੀਟਰ ਪਹਿਲਾਂ ਘੱਟ ਸੀਗਾ ਤਾਂ ਉਹ ਕੀ ਹੋ ਗਿਆ, ਵੱਧ ਗਿਆ, ਠੀਕ ਹੈ ਨਾ। ਕੋਈ ਵੀ ਚੀਜ਼ ਆਪਾਂ ਕੰਪਰੈਸ ਕਰਾਂਗੇ, ਕੋਈ ਵੀ ਚੀਜ਼ ਮੈਂ ਜੋ ਕੰਪਰੈਸ ਕਰਾਂਗਾ ਤਾਂ ਕੀ ਹੋਊਗਾ, ਠੀਕ ਆ ਜੀ, ਉਹ
ਉਹਦੀ ਲੈਂਥ ਆ ਜਿਹੜੀ ਉਹ ਘੱਟਦੀ ਜਾਏਗੀ ਅਤੇ ਉਹਦਾ ਜਿਹੜਾ ਡਾਇਆਮੀਟਰ ਆ, ਠੀਕ ਆ ਜੀ, 90 ਡਿਗਰੀ ਵੱਲ ਉਹ ਮਟੀਰੀਅਲ ਫੈਲਦਾ ਜਾਏਗਾ, ਵੱਧਦਾ ਜਾਏਗਾ। ਠੀਕ ਆ ਜੀ। ਹੁਣ ਉਸ ਮਟੀਰੀਅਲ ਦੇ ਅੰਦਰ ਦੋ ਤਰ੍ਹਾਂ ਦੀ ਸਟ੍ਰੇਨਸ ਪੈਦਾ ਹੋਈਆਂ। ਜਿਹੜੀ ਦੀ ਅਲੋਂਗ ਦਾ ਐਕਸਿਸ ਹੋਈ ਆ ਉਹ ਹੈਗੀ ਲੌਂਗੀਟਿਊਡਨਲ ਸਟ੍ਰੇਨ, ਜਿਹੜੀ ਕਿ ਉਹ 90 ਡਿਗਰੀ ਵੱਲ ਜਾ ਰਹੀ ਆ। ਫੋਰਸ ਹੀ ਲੱਗ ਰਹੀ ਹੈ ਨਾ ਮਟੀਰੀਅਲ ਦੇ ਉੱਤੇ, ਮਟੀਰੀਅਲ ਦੇ ਉੱਪਰ ਫੋਰਸ ਲੱਗਦੀ ਪਈ ਆ। ਲਾਈ ਮੈਂ ਅਲੋਂਗ ਦਾ ਐਕਸਿਸ ਆ, ਪਰ ਫੋਰਸ ਦਾ ਇਫੈਕਟ ਕੀ ਪੈਦਾ ਹੋਇਆ, ਉਹ ਕੀ ਆ 90 ਡਿਗਰੀ ਵੱਲ ਵੀ ਮਟੀਰੀਅਲ ਵੱਧਣਾ ਸ਼ੁਰੂ ਹੋ ਗਿਆ। ਹੁਣ ਉੱਧਰ ਵੀ ਤਾਂ ਸਟ੍ਰੇਨਸ ਲੱਗਦੀਆਂ ਪਈਆਂ ਨਾ, ਉਹ ਜਿਹੜੀਆਂ 90 ਡਿਗਰੀ 'ਤੇ ਸਟ੍ਰੇਨਸ ਲੱਗਦੀਆਂ ਪਈਆਂ ਉਹਨੂੰ ਕੀ ਕਹਿੰਦੇ ਆਪਾਂ, ਲੇਟਰਲ ਸਟ੍ਰੇਨਸ ਕਹਿੰਦੇ ਆਪਾਂ। ਠੀਕ ਆ ਜੀ। ਸੋ ਦੋਨੋਂ ਚੀਜ਼ਾਂ ਇਕੱਠੀਆਂ ਚੱਲਣਗੀਆਂ। ਠੀਕ ਹੈ, ਲੌਂਗੀਟਿਊਡਨਲ ਅਤੇ ਲੇਟਰਲ। ਠੀਕ ਹੈ ਜੀ। ਅਲੋਂਗ ਦਾ ਐਕਸਿਸ ਲੌਂਗੀਟਿਊਡਨਲ 90 ਡਿਗਰੀ ਜੋ ਮਟੀਰੀਅਲ ਦੇ ਉੱਪਰ ਲੱਗਦੀ ਪਈ ਹੈ, 90 ਡਿਗਰੀ ਮਟੀਰੀਅਲ ਦੇ ਐਕਸਿਸ ਦੇ 90 ਡਿਗਰੀ ਜੋ ਮਟੀਰੀਅਲ ਦੇ ਉੱਪਰ ਲੱਗਦੀ ਪਈ ਆ ਫੋਰਸ ਉਹ ਸਟ੍ਰੇਨ। ਠੀਕ ਆ ਜੀ, ਉਹਨੂੰ ਆਪਾਂ ਕਹਿੰਦੇ ਆ ਲੇਟਰਲ ਸਟ੍ਰੇਨ। ਦੋਨਾਂ ਦਾ ਫਾਰਮੂਲਾ ਸੇਮ ਹੀ ਆ। ਠੀਕ ਆ ਜੀ, ਸੇਮ ਹੀ ਰਹਿਣਾ ਸਟ੍ਰੇਨ ਦਾ ਫਾਰਮੂਲਾ। ਬਸ ਇਹ ਸਮਝਣਾ ਆ ਕਿ ਮਟੀਰੀਅਲ ਦੇ ਉੱਪਰ ਸਟ੍ਰੇਨਸ ਕਿਸ ਤਰ੍ਹਾਂ ਅਫੈਕਟ ਕਰਦਾ ਹੈ, ਲੌਂਗੀਟਿਊਡਨਲ ਅਤੇ ਲੇਟਰਲ। ਠੀਕ ਹੈ ਜੀ। ਓਕੇ ਜੀ, ਬਾਕੀ ਆਪਾਂ ਨੈਕਸਟ ਟਾਈਮ ਕਰਾਂਗੇ।